सत श्री अकाल जी सारिਆਂ ਨੂੰ ਸਟੱਡੀ ਐਟ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਕੋਰਸ ਵਿੱਚ ਅਸੀਂ ਤੁਹਾਨੂੰ ਰੀਜ਼ਨਿੰਗ ਸ਼ੁਰੂ ਕਰਵਾਉਣ ਲੱਗੇ ਹਾਂ। ਰੀਜ਼ਨਿੰਗ ਦਾ ਪਹਿਲਾ ਪਾਰਟ ਹੋਵੇਗਾ ਇਹ ਡਾਇਰੈਕਸ਼ਨਸ ਜਿਹੜਾ ਟੌਪਿਕ ਆਪਾਂ ਕਵਰ ਕਰਵਾਵਾਂਗੇ ਤੁਹਾਨੂੰ। ਇਸ ਟੌਪਿਕ ਵਿੱਚੋਂ ਪੰਜਾਬ ਦੇ ਹਰੇਕ ਐਗਜ਼ਾਮ ਵਿੱਚ 1 ਜਾਂ 2 ਕੁਐਸਚਨ ਪੱਕਾ ਆਉਂਦਾ ਹੈ, ਜਿਵੇਂ ਕਿ ਆਉਣ ਵਾਲੇ ਐਗਜ਼ਾਮ ਫੋਰੈਸਟ ਗਾਰਡ, ਕਲਰਕ, ਗ੍ਰਾਮ ਸੇਵਕ, ਐਕਸਾਈਜ਼ ਇੰਸਪੈਕਟਰ ਤੇ ਪੰਜਾਬ ਪੁਲਿਸ ਦੇ ਹੋਰ ਜਿੰਨੇ ਵੀ ਐਗਜ਼ਾਮ ਆਉਣੇ ਹਨ, ਜਾਂ ਫਿਰ PTPSB ਦਾ ਕੋਈ ਵੀ ਐਗਜ਼ਾਮ ਆਉਣਾ ਹੈ ਜਿਸ ਵਿੱਚ ਕਿ ਰੀਜ਼ਨਿੰਗ ਆਵੇਗੀ, ਉਸ ਵਿੱਚ ਡਾਇਰੈਕਸ਼ਨ ਦਾ ਇਸ ਵਿੱਚੋਂ ਪੱਕਾ ਇੱਕ ਕੁਐਸਚਨ 100% ਆਉਣਾ ਹੀ ਆਉਣਾ ਹੈ। ਇਸ ਕਰਕੇ ਤੁਸੀਂ ਇਹ ਪੂਰੀ ਵੀਡੀਓ ਧਿਆਨ ਨਾਲ ਦੇਖਣੀ ਹੈ, ਕਿਉਂਕਿ ਅਸੀਂ ਤੁਹਾਨੂੰ ਬੇਸਿਕ ਤੋਂ ਲੈ ਕੇ ਪੂਰਾ ਡਿਟੇਲ ਵਿੱਚ ਐਗਜ਼ਾਮ ਤੱਕ ਆਉਣ ਵਾਲੇ ਕੁਐਸਚਨਾਂ ਤੱਕ ਇੱਕ ਡਿਟੇਲ 'ਚ ਬਰੀਕੀ ਨਾਲ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ, ਤਾਂ ਕਿ ਤੁਸੀਂ ਪੂਰਾ ਜਿਹੜਾ ਚੰਗੀ ਤਰ੍ਹਾਂ ਸਮਝ ਕੇ ਪੂਰਾ ਟੌਪਿਕ ਕਵਰ ਹੋ ਜਾਵੇ ਅਤੇ ਐਗਜ਼ਾਮ ਵਿੱਚ 100% ਤੁਹਾਡਾ ਜਿਹੜਾ 1 ਨੰਬਰ ਦਾ ਪੇਪਰ ਹੈ, ਕਿਸੇ ਵੀ ਪੇਪਰ ਵਿੱਚ ਆਵੇ ਕੁਐਸਚਨ ਤੁਹਾਡਾ ਕਦੇ ਵੀ ਗਲਤ ਨਾ ਹੋਵੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕੋਈ ਕੋਰਸ ਵਗੈਰਾ ਨਹੀਂ ਲਿਆ, ਤੁਸੀਂ ਘਰ ਬੈਠ ਕੇ ਆਪਣੀ ਤਿਆਰੀ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸਾਰੇ ਸਿਲੇਬਸ ਦੇ ਜਿੰਨੇ ਵੀ ਪੰਜਾਬ ਦੇ ਆਉਣ ਵਾਲੇ ਪੇਪਰ ਹਨ, ਫੋਰੈਸਟ ਗਾਰਡ, ਕੋਈ ਵੀ ਕਿਸੇ ਤਰ੍ਹਾਂ ਦਾ ਹੀ ਪੇਪਰ ਹੈ, ਗ੍ਰਾਮ ਸੇਵਕ ਜਾਂ ਪੰਜਾਬ ਪੁਲਿਸ ਦੇ ਪੇਪਰ, ਸਾਰਿਆਂ ਦੇ ਜਿਹੜਾ ਸਿਲੇਬਸ ਹੈ ਉਹਨਾਂ ਦੇ PDF WhatsApp ਉੱਤੇ ਪ੍ਰੋਵਾਈਡ ਕਰਵਾ ਰਹੇ ਹਾਂ। ਠੀਕ ਹੈ, ਨੰਬਰ ਤੁਸੀਂ ਦੇਖ ਲਓ ਆਪਣੀ ਸਕਰੀਨ ਉੱਤੇ 904181 15272। ਆਲ ਬੁੱਕਸ ਦੇ ਜਿਹੜੇ PDF ਆ ਤੁਹਾਨੂੰ ਮਿਲ ਜਾਣਗੇ, ਜਿਵੇਂ GK, ਮੈਥ, ਰੀਜ਼ਨਿੰਗ, ਪੰਜਾਬੀ ਗ੍ਰਾਮਰ, ਇੰਗਲਿਸ਼ ਗ੍ਰਾਮਰ, ਕੰਪਿਊਟਰ ਵਗੈਰਾ ਸਾਰਾ ਸਿਲੇਬਸ ਤੁਹਾਨੂੰ ਮਿਲ ਜਾਵੇਗਾ। ਮੈਥ ਅਤੇ ਰੀਜ਼ਨਿੰਗ ਤੁਹਾਨੂੰ ਇੰਗਲਿਸ਼ ਵਿੱਚ ਮਿਲਣਗੇ ਅਤੇ ਬਾਕੀ ਸਬਜੈਕਟ ਜਿਹੜੇ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਮਿਲ ਜਾਣਗੇ। ਇਸ ਕਰਕੇ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਉੱਤੇ ਕੰਟੈਕਟ ਕਰਕੇ ਜਿਹੜੇ ਘਰੇ ਬੈਠ ਕੇ WhatsApp ਉੱਤੇ ਆਪਣਾ PDF ਲੈ ਸਕਦੇ ਹੋ। ਇਸ ਦਾ ਜਿਹੜਾ ਮਿਨੀਮਮ ਪ੍ਰਾਈਸ ਹੈ ਉਹ ਆਪਾਂ ਨੇ 249 ਰੁਪਏ ਰੱਖਿਆ ਹੋਇਆ ਹੈ। ਠੀਕ ਹੈ, ਅੱਗੇ ਇੱਕ ਹੋਰ ਜ਼ਰੂਰੀ ਸੂਚਨਾ ਜਿਹੜੀ ਬਹੁਤ ਵਧੀਆ ਕਿ ਅਸੀਂ ਆਪਣੀ ਐਪ ਉੱਤੇ ਤੁਹਾਡੇ ਲਈ ਜੇਕਰ ਤੁਸੀਂ ਕੋਈ ਕੋਰਸ ਖਰੀਦਣਾ ਚਾਹੁੰਦੇ ਹੋ, ਉਸ ਦੇ ਲਈ ਬਹੁਤ ਵਧੀਆ ਇਹ ਹੈ ਕਿ ਮੈਥ ਅਤੇ ਰੀਜ਼ਨਿੰਗ ਦੋਹਾਂ ਦਾ ਸਿਲੇਬਸ ਤੁਹਾਨੂੰ ਸਿਰਫ ਤੇ ਸਿਰਫ 1499 ਰੁਪਏ ਵਿੱਚ ਕਵਰ ਕਰਵਾਵਾਂਗੇ। ਇਹ ਕੋਰਸ ਸਪੈਸ਼ਲੀ ਉਹਨਾਂ ਸਟੂਡੈਂਟਾਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ ਜਿਹੜੇ ਕਿ ਪਹਿਲੀ ਵਾਰ ਐਗਜ਼ਾਮ ਦੇ ਰਹੇ ਹਨ, ਕਿਉਂਕਿ ਪੰਜਾਬ ਦੇ ਜਿੰਨੇ ਵੀ ਪੇਪਰ ਹੁੰਦੇ ਹਨ ਉਹਨਾਂ ਵਿੱਚ 40% ਹਰੇਕ ਪੇਪਰ ਵਿੱਚ ਜਿਹੜਾ ਮੈਥ ਅਤੇ ਰੀਜ਼ਨਿੰਗ ਆਉਂਦਾ ਹੈ, ਅਤੇ ਇਹੀ ਇੱਕ ਟੌਪਿਕ ਹੈ ਜਿਸ ਵਿੱਚ ਕਿ ਤੁਸੀਂ 100% ਨੰਬਰ ਜਿਹੜੇ ਸਕੋਰ ਕਰ ਸਕਦੇ ਹੋ। ਜੇਕਰ ਤੁਸੀਂ ਮੈਥ ਅਤੇ ਰੀਜ਼ਨਿੰਗ ਬਿਲਕੁਲ ਨਹੀਂ ਤੁਹਾਨੂੰ ਪਤਾ, ਜਾਂ ਫਿਰ ਤੁਹਾਨੂੰ ਪਤਾ ਹੈ ਪਰੰਤੂ ਬੇਸਿਕ ਨਹੀਂ ਪਤਾ, ਤਾਂ ਤੁਸੀਂ ਸਾਡਾ ਇਹ ਕੋਰਸ ਬਾਏ ਕਰ ਸਕਦੇ ਹੋ। ਬਹੁਤ ਹੀ ਵਧੀਆ ਕੋਰਸ ਰਹਿਣ ਵਾਲਾ ਹੈ ਤੁਹਾਡੇ ਲਈ। ਅਸੀਂ ਗਰੰਟੀ ਨਾਲ ਕਹਿੰਦੇ ਹਾਂ ਕਿ ਇਸ ਕੋਰਸ ਤੋਂ ਬਾਅਦ ਤੁਹਾਡੇ 40 ਵਿੱਚੋਂ ਤੁਸੀਂ 35 ਤੋਂ 36 37 ਨੰਬਰ, ਇੰਨੇ ਨੰਬਰ ਜਿਹੜੇ ਤੁਸੀਂ ਆਪਣੇ 100% ਜਿਹੜੇ ਸਿਕਿਉਰ ਕਰ ਲਵੋਗੇ ਕਿਸੇ ਵੀ ਐਗਜ਼ਾਮ ਵਿੱਚ, ਚਾਹੇ ਕੋਈ PTPSB ਦਾ ਐਗਜ਼ਾਮ ਹੋਵੇ, ਚਾਹੇ ਕੋਈ ਪੰਜਾਬ ਪੁਲਿਸ ਦਾ ਆਉਣ ਵਾਲਾ ਐਗਜ਼ਾਮ ਹੋਵੇ। ਹੁਣ ਕੋਰਸ ਤੁਸੀਂ ਲੈਣਾ ਕਿਵੇਂ ਹੈ, ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਐਪ ਦਾ ਲਿੰਕ ਦਿੱਤਾ ਹੋਇਆ ਸਾਡੀ ਸਟੱਡੀ ਐਂਡ ਇਨਫੋ, ਜਾਂ ਫਿਰ ਤੁਸੀਂ ਡਾਇਰੈਕਟ ਪਲੇ ਸਟੋਰ ਉੱਤੇ ਜਾ ਕੇ ਸਟੱਡੀ ਐਂਡ ਇਨਫੋ ਸਰਚ ਕਰੋਗੇ ਤਾਂ ਤੁਹਾਨੂੰ ਸਾਡੀ ਐਪ ਸ਼ੋ ਹੋ ਜਾਵੇਗੀ। ਸਟੱਡੀ ਐਂਡ ਇਨਫੋ ਜਿਹੜੀ ਉਸ ਉੱਤੇ ਹੀ ਸਾਰਾ ਜਿਹੜਾ ਕੋਰਸ ਹੈ, ਵੀਡੀਓ ਕੋਰਸ ਤੁਹਾਨੂੰ ਅਵੇਲੇਬਲ ਹੋਵੇਗਾ। ਇਸ ਵਿੱਚ ਲਾਈਵ ਕਲਾਸਿਸ ਵੀ ਹੋਣਗੀਆਂ, ਤੁਹਾਡੇ ਸੈਕਸ਼ਨਲ ਟੈਸਟ ਵੀ ਲਏ ਜਾਣਗੇ। ਸਾਰਾ ਕੋਰਸ ਤੁਹਾਡੇ ਲਈ ਆਫਲਾਈਨ ਵੀ ਐਪ ਉੱਤੇ ਅਵੇਲੇਬਲ ਹੋਵੇਗਾ। ਤੁਸੀਂ ਸਾਰੇ ਵੀਡੀਓ ਲੈਕਚਰ ਕੋਈ ਵੀ ਆਫਲਾਈਨ ਡਾਊਨਲੋਡ ਵੀ ਕਰ ਸਕਦੇ ਹੋ, ਜਾਂ ਫਿਰ ਜੇਕਰ ਤੁਸੀਂ ਆਨਲਾਈਨ ਦੇਖਣਾ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਵੀ ਦੇਖ ਸਕਦੇ ਹੋ। ਸਮੇਂ-ਸਮੇਂ 'ਤੇ ਲਾਈਵ ਕਲਾਸਿਸ ਵੀ ਅਸੀਂ ਤੁਹਾਡੇ ਲਈ ਰੱਖਿਆ ਕਰਾਂਗੇ। ਇਸ ਤੋਂ ਇਲਾਵਾ ਤੁਸੀਂ ਸਾਡੇ ਇੱਕ ਗਰੁੱਪ ਵਿੱਚ ਵੀ ਐਡ ਹੋ ਜਾਓਗੇ, ਜਿੱਥੇ ਤੁਸੀਂ ਆਪਣਾ ਕੋਈ ਵੀ ਡਾਊਟ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਮੈਥ ਅਤੇ ਰੀਜ਼ਨਿੰਗ ਦਾ ਡਾਊਟ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਸੀਂ ਤੁਹਾਨੂੰ ਸੋਲੂਸ਼ਨ ਕਰਕੇ ਦੇਵਾਂਗੇ ਉਸ ਦਾ। ਬਹੁਤ ਹੀ ਵਧੀਆ ਕੋਰਸ ਹੈ ਇਹ। ਇੰਨੀ ਘੱਟ ਕੀਮਤ ਉੱਤੇ ਤੁਹਾਨੂੰ ਪੰਜਾਬ ਦੇ ਕਿਸੇ ਵੀ ਇੰਸਟੀਚਿਊਟ ਵਿੱਚ ਇੰਨਾ ਘੱਟ ਕੀਮਤ ਵਿੱਚ ਜਿਹੜਾ ਕੋਰਸ ਨਹੀਂ ਮਿਲੇਗਾ। ਤੁਸੀਂ ਦੇਖ ਸਕਦੇ ਹੋ ਆਫਲਾਈਨ ਜੋ ਵੀ ਇੰਸਟੀਚਿਊਟ ਜਿਹੜੇ ਕੋਰਸ ਕਰਵਾ ਰਹੇ ਆ, 20 25 25 30 ਹਜ਼ਾਰ ਉਹਨਾਂ ਦੇ ਫੀਸਾਂ ਨੇ। ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੀ ਐਪ ਉੱਤੇ ਜਾਓ, ਉੱਥੇ ਤੁਹਾਨੂੰ ਜਿਹੜਾ ਇਸ ਦੇ ਡੈਮੋ ਲੈਕਚਰ ਵੀ ਮਿਲ ਜਾਣਗੇ। ਮੈਥ ਦੇ 2 ਲੈਕਚਰ ਵੀ ਪਾਏ ਹੋਏ ਨੇ ਅਸੀਂ, ਇਹ ਤੁਸੀਂ ਰੀਜ਼ਨਿੰਗ ਦਾ ਡੈਮੋ ਲੈਕਚਰ ਅੱਜ ਹੁਣ ਇਸ ਵੀਡੀਓ ਰਾਹੀਂ ਦੇਖ ਲਵੋਗੇ। ਠੀਕ ਹੈ, ਜਾਂ ਫਿਰ ਇਹ ਐਪ 'ਤੇ ਵੀ ਤੁਹਾਨੂੰ ਮਿਲ ਜਾਵੇਗਾ। ਇਸ ਤੋਂ ਇਲਾਵਾ ਵੀ ਆਉਣ ਵਾਲੇ ਟਾਈਮ ਵਿੱਚ ਅਸੀਂ 2-3 ਹੋਰ ਡੈਮੋ ਲੈਕਚਰ ਤੁਹਾਨੂੰ ਦੇ ਦੇਵਾਂਗੇ। ਤੁਸੀਂ ਦੇਖ ਲਿਓ, ਤੁਹਾਨੂੰ ਆਪ ਪਤਾ ਲੱਗ ਜਾਵੇਗਾ ਕੋਰਸ ਜਿਹੜਾ ਅਸੀਂ ਕੋਰਸ ਤੁਹਾਨੂੰ ਕਰਵਾ ਰਹੇ ਹਾਂ ਇਹ ਕਿਸ ਕੁਆਲਿਟੀ ਦਾ ਹੈ। ਜਿਹੜੇ ਸਾਡੇ ਟੀਚਰ ਤੁਹਾਨੂੰ ਕੋਰਸ ਕਰਵਾਉਣਗੇ ਉਹ MSc ਮੈਥਮੈਟਿਕਸ ਹਨ, ਅਤੇ ਪੰਜਾਬ ਦੇ 4-5 ਪੇਪਰ ਉਹਨਾਂ ਨੇ ਖੁਦ ਕਲੀਅਰ ਕੀਤੇ ਹੋਏ ਹਨ, ਜਿਨ੍ਹਾਂ ਵਿੱਚੋਂ ਪਿਛਲੇ ਸਾਲ 2021 ਵਿੱਚ ਆਉਣ ਵਾਲੇ ਐਕਸਾਈਜ਼ ਇੰਸਪੈਕਟਰ ਦਾ ਪੇਪਰ, ਕਲਰਕ ਦੇ ਪੇਪਰ, ਪਟਵਾਰੀ ਅਤੇ ਜੇਲ੍ਹ ਸੁਪਰਡੈਂਟ ਦਾ ਪੇਪਰ ਉਹ ਖੁਦ ਉਹਨਾਂ ਨੇ ਚੰਗੀ ਤਰ੍ਹਾਂ ਕੀਤੇ ਹੋਏ ਹਨ। ਇਸ ਤੋਂ ਇਲਾਵਾ ਸੈਂਟਰ ਲੈਵਲ ਦੇ ਰੇਲਵੇ ਅਤੇ SSC ਦੇ ਐਗਜ਼ਾਮ ਵੀ ਉਹ ਕਲੀਅਰਡ ਹਨ। ਐਪ ਡਾਊਨਲੋਡ ਕਰਨ ਦਾ ਕੋਈ ਪੈਸਾ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਐਪ ਉੱਤੇ ਜਾਓ, ਐਪ ਨੂੰ ਡਾਊਨਲੋਡ ਕਰੋ, ਉੱਥੋਂ ਜਾ ਕੇ ਤੁਸੀਂ ਡੈਮੋ ਲੈਕਚਰ ਦੇਖੋ, ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕੋਰਸ ਤੁਹਾਨੂੰ ਕਿੰਨੀ ਵਧੀਆ ਤਰੀਕੇ ਅਸੀਂ ਕਰਵਾਵਾਂਗੇ। ਠੀਕ ਹੈ, ਸਾਰੇ ਜਣੇ ਹੁਣੇ ਹੀ ਐਪ ਡਾਊਨਲੋਡ ਕਰੋ ਸਭ ਤੋਂ ਪਹਿਲਾਂ, ਅਤੇ ਨਾਲ ਦੀ ਨਾਲ ਪੂਰੀ ਵੀਡੀਓ ਦੇਖੋ। ਰੀਜ਼ਨਿੰਗ ਦਾ ਹੈ ਪਹਿਲਾ ਪਾਰਟ। ਅਤੇ ਜਿਹੜੇ ਸਟੂਡੈਂਟ ਘਰ ਬੈਠ ਕੇ ਤਿਆਰੀ ਕਰਨਾ ਚਾਹੁੰਦੇ ਹਨ ਉਹ ਸਾਨੂੰ 904181 15272 ਉੱਤੇ WhatsApp ਕਰ ਸਕਦੇ ਹਨ। ਉੱਥੇ ਤੁਹਾਨੂੰ ਸਾਰੀ PDFs ਜਿਹੜੀ ਉਹ ਮਿਲ ਜਾਣਗੀਆਂ। ਬਾਕੀ ਕੋਈ ਹੋਰ ਵੀ ਇਸ ਸੰਬੰਧੀ ਕੰਪਲੇਂਟ ਹੋਈ ਤਾਂ ਤੁਸੀਂ WhatsApp ਉੱਤੇ ਹੀ ਸਾਨੂੰ ਦੱਸ ਸਕਦੇ ਹੋ, ਜਾਂ ਫਿਰ ਐਪ ਡਾਊਨਲੋਡ ਕਰਕੇ ਉੱਥੇ ਵੀ ਸਾਨੂੰ ਮੈਸੇਜ ਜਿਹੜਾ ਕਰ ਸਕਦੇ ਹੋ। ਇਸ ਤੋਂ ਇਲਾਵਾ ਵੀ ਹੋਰ ਕਿਸੇ ਸਬਜੈਕਟ ਜਾਂ ਕਿਸੇ ਐਗਜ਼ਾਮ ਦੇ ਲਈ ਸਟੂਡੈਂਟ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੁਐਰੀ ਹੈ ਤਾਂ ਤੁਸੀਂ ਸਾਨੂੰ ਐਪ ਉੱਤੇ ਜਿਹੜਾ ਮੈਸੇਜ ਕਰ ਸਕਦੇ ਹੋ। ਅਸੀਂ ਐਪ ਉੱਤੇ ਜੋ ਵੀ ਤੁਹਾਡੇ ਮੈਸੇਜ ਹੋਣਗੇ ਉਹਨਾਂ ਦਾ ਰਿਪਲਾਈ ਜ਼ਰੂਰ ਕਰਾਂਗੇ। ਇਸ ਕਰਕੇ ਸਾਰੇ ਐਪ ਜ਼ਰੂਰ ਡਾਊਨਲੋਡ ਜਿਹੜਾ ਕਰ ਲਿਓ, ਉੱਥੇ ਤੁਹਾਨੂੰ ਹੋਰ ਵੀ ਫ੍ਰੀ ਵਿੱਚ PDFs ਵਗੈਰਾ ਵੀ ਜ਼ਰੂਰ ਮਿਲਿਆ ਕਰਨਗੀਆਂ। ਚਲੋ ਹੁਣ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ।
ਹਾਂਜੀ ਸਟੂਡੈਂਟਸ, ਵੈਲਕਮ ਟੂ ਸਟੱਡੀ ਐਂਡ ਇਨਫੋ। ਅੱਜ ਆਪਾਂ ਰੀਜ਼ਨਿੰਗ ਦਾ ਸਟਾਰਟ ਕਰਨ ਲੱਗੇ ਹਾਂ। ਠੀਕ ਹੈ, ਰੀਜ਼ਨਿੰਗ ਦੀ ਜਿਹੜੀ ਫਸਟ ਕਲਾਸ ਹੈ ਤੇ ਅੱਜ ਆਪਾਂ ਨੇ ਟੌਪਿਕ ਕਵਰ ਕਰਨਾ ਹੈ ਡਾਇਰੈਕਸ਼ਨਸ ਦਾ। ਠੀਕ ਹੈ, ਡਾਇਰੈਕਸ਼ਨਸ ਦਾ ਸਾਰੇ ਤਰ੍ਹਾਂ ਦੀ ਪਹਿਲਾਂ ਮੈਂ ਥਿਊਰੀ ਦੱਸੂੰਗੀ ਤੁਹਾਨੂੰ ਕਿ ਕਿਵੇਂ ਦੇ ਇਹਦੇ ਵਿੱਚ ਕੁਐਸਚਨਸ ਆਉਂਦੇ ਆ। ਦੇਖੋ ਇਹ ਟੌਪਿਕ ਬਹੁਤ ਇੰਪੋਰਟੈਂਟ ਹੈ। ਇੰਪੋਰਟੈਂਟ ਕਿਉਂ? ਕਿਉਂਕਿ ਇਹਦਾ ਐਟਲੀਸਟ ਵਨ ਕੁਐਸਚਨ ਹਮੇਸ਼ਾ ਹਰੇਕ ਐਗਜ਼ਾਮ ਦੀ ਰੀਜ਼ਨਿੰਗ ਵਿੱਚ ਆਉਂਦਾ ਹੀ ਆਉਂਦਾ ਹੈ। ਠੀਕ ਹੈ, ਸ਼ੋਰ ਹੈ। ਤਾਂ ਜੇ ਤੁਸੀਂ ਇਸ ਟੌਪਿਕ 'ਤੇ ਆਪਣੀ ਪਕੜ ਬਣਾ ਲਓਗੇ ਫਿਰ ਤੁਸੀਂ ਇਹਦਾ ਕੋਈ ਵੀ ਕੁਐਸਚਨ ਜਿਹੜਾ ਬਹੁਤ ਈਜ਼ੀਲੀ ਕਰ ਸਕਦੇ ਆ ਸੋਲਵ। ਔਰ ਇਹ ਮੈਨੂੰ ਇਹ ਨਹੀਂ ਲੱਗਦਾ ਜੇ ਇਹਦਾ ਕੁਐਸਚਨ ਤੁਸੀਂ ਮਤਲਬ ਪੱਕਾ 100% ਚਾਂਸ ਹੋਊਗੀ ਕਿ ਠੀਕ ਹੋਊਗਾ, ਕਿਉਂਕਿ ਇਹਦੇ 'ਚੋਂ ਹਮੇਸ਼ਾ ਈਜ਼ੀ ਕੁਐਸਚਨ ਹੀ ਆਉਂਦਾ ਹੈ, ਬਹੁਤ ਜ਼ਿਆਦਾ ਟਫ ਨਹੀਂ ਆਉਂਦਾ। ਸਿਰਫ ਇੱਕ ਬੇਸ ਕਲੀਅਰ ਹੋਵੇ ਤਾਂ ਇਹਦਾ ਕੋਈ ਵੀ ਕੁਐਸਚਨ ਸੋਲਵ ਹੋ ਸਕਦਾ ਹੈ। ਸੋ ਇਸ ਤਰ੍ਹਾਂ ਇਸ ਟੌਪਿਕ ਦੀ ਜਿਹੜੀ ਇੰਪੋਰਟੈਂਸ ਦੇਖਦੇ ਆਪਾਂ ਅੱਜ ਸ਼ੁਰੂ ਕਰਨ ਲੱਗੇ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਾਵੇ। ਠੀਕ ਹੈ, ਚਲੋ ਸ਼ੁਰੂ ਕਰਦੇ। ਇਹਦੇ ਵਿੱਚ ਬੇਸਿਕ ਪਹਿਲਾਂ ਕਿਆ ਹੈ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਡਾਇਰੈਕਸ਼ਨਸ ਕੀ ਹੁੰਦੀਆਂ ਹੈ। ਆਪਣੇ ਕੋਲ ਬੇਸਿਕਲੀ 4 ਡਾਇਰੈਕਸ਼ਨਸ ਹੁੰਦੀਆਂ ਹੈ। ਕਿਹੜੀਆਂ ਡਾਇਰੈਕਸ਼ਨਸ ਹੁੰਦੀਆਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਠੀਕ ਹੈ, 4 ਡਾਇਰੈਕਸ਼ਨਸ ਹੁੰਦੀਆਂ ਹੈ, ਈਸਟ, ਵੈਸਟ, ਨਾਰਥ ਐਂਡ ਸਾਊਥ। ਠੀਕ ਹੈ, ਇਹ 4 ਬੇਸਿਕ ਡਾਇਰੈਕਸ਼ਨਸ ਹੈ। ਉਸ ਤੋਂ ਬਾਅਦ ਜਿਹੜਾ ਏਰੀਆ ਇਹਨਾਂ 4 ਡਾਇਰੈਕਸ਼ਨਸ ਦੇ ਵਿੱਚ ਆਉਂਦਾ ਹੈ, ਜਿਵੇਂ ਆਹ ਵਾਲਾ ਏਰੀਆ ਨਾਰਥ ਔਰ ਈਸਟ ਦੇ ਵਿੱਚ ਆਉਂਦਾ, ਇਹਨੂੰ ਆਪਾਂ ਬੋਲਦੇ ਹਾਂ ਨਾਰਥ ਈਸਟ। ਠੀਕ ਹੈ, ਇਹਨੂੰ ਮੈਂ NE ਲਿਖ ਦਿੰਦੀ ਹਾਂ, ਇਹਨੂੰ ਬੋਲਦੇ ਹਾਂ ਨਾਰਥ ਈਸਟ। ਈਸਟ ਨਾਰਥ ਨਹੀਂ ਬੋਲਦੇ, ਇਹਨੂੰ ਨਾਰਥ ਈਸਟ ਹੀ ਬੋਲਦੇ ਆ। ਓਕੇ, ਦੈਨ ਆਹ ਵਾਲਾ ਏਰੀਆ ਜਿਹੜਾ ਸਾਊਥ ਔਰ ਈਸਟ ਦੇ ਵਿੱਚ ਆਉਂਦਾ ਹੈ, ਇਹਨੂੰ ਬੋਲਦੇ ਆ ਸਾਊਥ ਈਸਟ। ਜਿਹਨੂੰ ਆਪਾਂ ਡਰਾ ਕਰਾਂ ਤਾਂ ਆਪਾਂ ਇਹਨੂੰ ਇਸ ਤਰ੍ਹਾਂ ਡਰਾ ਕਰ ਸਕਦੇ ਹਾਂ ਕਿ ਇਹ ਸਾਊਥ ਈਸਟ ਹੈ, ਆਹ ਵਾਲੀ ਡਾਇਰੈਕਸ਼ਨ ਜਿਹੜੀ ਨਾਰਥ ਈਸਟ ਹੈ। ਸਿਮਿਲਰਲੀ ਆਹ ਵਾਲੀ ਡਾਇਰੈਕਸ਼ਨ ਕੀ ਹੋ ਜਾਏਗੀ? ਸਾਊਥ ਵੈਸਟ। ਐਂਡ ਆਹ ਵਾਲੀ ਡਾਇਰੈਕਸ਼ਨ ਕੀ ਹੋ ਜਾਏਗੀ? ਹੋ ਜਾਏਗੀ ਨਾਰਥ ਵੈਸਟ। ਸੋ ਆਪਣੀਆਂ ਇਹ ਹੁਣ ਡਾਇਰੈਕਸ਼ਨਸ ਕਿੰਨੀਆਂ ਬਣ ਗਈਆਂ? 8 ਬਣ ਗਈਆਂ, ਜਿਹਦੇ 'ਚ ਆਪਣੀਆਂ 4 ਮੇਨ ਸੀਗੀਆਂ, ਈਸਟ, ਵੈਸਟ, ਨਾਰਥ ਐਂਡ ਸਾਊਥ। 4 ਆਪਣੀਆਂ ਇਹਨਾਂ ਦੀਆਂ ਕੰਪਲੀਮੈਂਟਰੀ ਹੋ ਗਈਆਂ, ਨਾਰਥ ਈਸਟ, ਸਾਊਥ ਵੈਸਟ ਤੇ ਨਾਰਥ ਵੈਸਟ। ਇਹ ਹੋ ਗਈਆਂ ਆਪਣੀਆਂ ਡਾਇਰੈਕਸ਼ਨਸ। ਠੀਕ ਹੈ, ਨੈਕਸਟ ਹੈਗਾ ਇਹਦੇ ਵਿੱਚ ਇੱਕ ਟਰਮ ਆਉਂਦੀ ਹੈ ਕਲੌਕਵਾਈਜ਼ ਐਂਡ ਐਂਟੀ ਕਲੌਕਵਾਈਜ਼। ਠੀਕ ਹੈ, ਕਲੌਕਵਾਈਜ਼, ਇਹ ਮੈਂ ਤੁਹਾਨੂੰ ਉਹ ਸਾਰੀਆਂ ਟਰਮਸ ਦੱਸ ਰਹੀ ਹਾਂ ਜੋ ਕਿ ਕੁਐਸਚਨਸ 'ਚ ਯੂਜ਼ ਕਰਦੇ ਹਾਂ। ਔਰ ਕੁਐਸਚਨ ਕਰਨ ਤੋਂ ਪਹਿਲਾਂ ਆਪਾਂ ਇਹ ਸਾਰੀਆਂ ਟਰਮਸ ਕਲੀਅਰ ਕਰ ਰਹੇ ਹਾਂ ਵੀ ਕਿਹੜੀ ਟਰਮ ਕੀ ਹੁੰਦੀ ਹੈ। ਠੀਕ ਹੈ, ਕਲੌਕਵਾਈਜ਼ ਦੇਖੋ ਇਹਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਕਲੌਕ ਦੇ ਅਕੋਰਡਿੰਗ। ਕਲੌਕ ਮੀਨਸ ਜੋ ਸਾਡਾ ਟਾਈਮ ਪੀਸ ਹੁੰਦਾ ਹੈ। ਠੀਕ ਹੈ, ਘੜੀ ਹੁੰਦੀ ਹੈ ਨਾ, ਉਹਦੇ ਅਕੋਰਡਿੰਗ। ਹੁਣ ਜਿਵੇਂ ਘੜੀ ਹੁੰਦੀ ਹੈ ਉਹ ਕਿੱਧਰ ਨੂੰ ਮੂਵ ਕਰਦੀ ਹੈ? ਠੀਕ ਹੈ, 12 6 3 9 ਇੱਧਰੋਂ ਮੂਵ ਕਰਦੀ ਹੈ ਨਾ, ਇੱਧਰੋਂ ਸੂਈਆਂ ਇੱਧਰ ਨੂੰ ਚੱਲਦੀਆਂ, ਤਾਂ ਆਹ ਵਾਲੀ ਡਾਇਰੈਕਸ਼ਨ ਹੁੰਦੀ ਹੈ ਕਲੌਕਵਾਈਜ਼। ਆਹ ਵਾਲੀ ਡਾਇਰੈਕਸ਼ਨ ਕਲੌਕਵਾਈਜ਼ ਹੈ। ਐਂਟੀ ਕਲੌਕਵਾਈਜ਼ ਮਤਲਬ ਘੜੀ ਦੇ ਐਂਟੀ, ਮਤਲਬ ਸਾਡੇ ਟਾਈਮ ਪੀਸ ਦੇ ਅਪੋਜ਼ਿਟ ਚੱਲਣਾ ਸੀ। ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਕਿਹੜੀ ਹੋਗੀ? ਆਹ ਵਾਲੀ, ਜਦੋਂ ਅਸੀਂ ਇਹਨੂੰ ਇੱਧਰ ਨੂੰ ਮੂਵ ਕਰਾਉਂਦੇ ਹਾਂ। ਠੀਕ ਹੈ, ਸੋ ਇਹ ਡਾਇਰੈਕਸ਼ਨਸ ਵਿੱਚ ਯੂਜ਼ ਹੁੰਦਾ ਕਿ ਪਰਸਨ ਕਲੌਕਵਾਈਜ਼ ਮੂਵ ਕਰ ਰਿਹਾ, ਐਂਟੀ ਕਲੌਕਵਾਈਜ਼ ਮੂਵ ਕਰ ਰਿਹਾ। ਠੀਕ ਹੈ, ਇਹ ਟਰਮ ਸੀਗੀ, ਇਹ ਵੀ ਇੰਪੋਰਟੈਂਟ ਹੈ। ਨੈਕਸਟ ਆ ਗਿਆ ਸਾਡੇ ਕੋਲ ਐਂਗਲਸ। ਐਂਗਲ ਦੇਖੋ, ਐਂਗਲ ਅਗਰ ਆਪਾਂ ਇਹਨੂੰ 2D 'ਚ ਡਰਾ ਕਰਦੇ ਹਾਂ, ਠੀਕ ਹੈ, ਤਾਂ ਐਂਗਲ ਤੁਹਾਨੂੰ ਪਤਾ ਆਹ ਵਾਲਾ ਐਂਗਲ ਕਿੰਨਾ ਹੁੰਦਾ? 90, ਦਿਸ ਵਨ ਆਲਸੋ 90, 90 ਐਂਡ 90। ਇਹ ਪੂਰਾ ਇੱਕ ਸਰਕਲ ਬਣ ਜਾਂਦਾ ਹੈ। ਜਿਹੜਾ ਆਹ ਵਾਲਾ ਕੰਪਲੀਟ ਹੋ ਗਿਆ ਪੂਰਾ 90 into 4, ਇਹ 360 ਡਿਗਰੀ ਦਾ ਐਂਗਲ ਹੋ ਗਿਆ। ਤੇ ਹੁਣ ਅਸੀਂ ਇਹਦੇ ਵਿੱਚ ਐਂਗਲ ਚੂਜ਼ ਕਿਵੇਂ ਕਰਨੇ ਹੁੰਦੇ ਆ ਕਿ ਕਿੰਨਾ ਐਂਗਲ ਬਣ ਰਿਹਾ ਹੈ ਕਿਸੇ ਵੀ ਟਾਈਮ 'ਤੇ। ਜਿਸ ਤਰ੍ਹਾਂ ਕਈ ਵਾਰ ਕਹਿ ਦਿੰਦੇ ਆ ਕਿ 180 ਡਿਗਰੀ ਪਰਸਨ ਨੇ ਮੂਵ ਕਰਿਆ ਤਾਂ ਇਟ ਮੀਨਸ ਉਹ ਇੰਨਾ ਮੂਵ ਕਰ ਗਿਆ। ਤੇ ਹੁਣ ਆਪਾਂ ਐਂਟੀ ਕਲੌਕਵਾਈਜ਼ ਆਏ ਹਾਂ। ਠੀਕ ਹੈ, ਇਹ 180 ਡਿਗਰੀ ਹੋ ਗਿਆ। ਅਗਰ 45 ਡਿਗਰੀ ਹੈ ਇਟ ਮੀਨਸ ਉਹ ਕਿਤੇ ਇੱਥੇ ਹੈ। ਠੀਕ ਹੈ, ਆਹ ਵਾਲਾ ਇੱਥੇ ਤੱਕ 45 ਡਿਗਰੀ ਹੋ ਗਿਆ। ਠੀਕ ਹੈ, ਆਹ ਪੂਰਾ 90 ਹੋ ਗਿਆ। 90 ਨੂੰ ਆਪਾਂ ਇੱਕ ਸਕੁਅਰ ਬਾਕਸ ਨਾਲ ਸ਼ੋ ਕਰਦੇ ਹਾਂ। 180 ਹੋ ਗਿਆ, ਇੱਥੇ ਤੱਕ ਪੂਰਾ ਕਿੰਨਾ ਹੋ ਗਿਆ? ਅਗਰ ਆਪਾਂ ਇੱਥੋਂ ਸਟਾਰਟ ਕਰਕੇ ਇੱਥੇ ਆਈਏ ਤਾਂ ਇਹ ਹੋ ਗਿਆ 270। ਅਗਰ ਪੂਰਾ ਸਰਕਲ ਕੰਪਲੀਟ ਹੋ ਗਿਆ ਦੈਨ ਇਟ ਇਜ਼ 360। ਸੋ ਇਹ ਸੀਗੇ ਐਂਗਲਸ। ਕਿਉਂਕਿ ਐਂਗਲ ਬੇਸਡ ਵੀ ਮੈਂ ਇੱਕ ਕੁਐਸਚਨ ਹੁਣੇ ਕਰਾਉਂਗੀ ਕਿ ਕਿਵੇਂ ਐਂਗਲ ਨਾਲ ਰਿਲੇਟਡ ਕੁਐਸਚਨ ਆਉਂਦਾ ਹੈ। ਠੀਕ ਹੈ, ਸੋ ਐਂਗਲ ਦਾ ਬੇਸ ਕਲੀਅਰ ਹੈ ਕਿ ਹੁਣ ਕੋਈ ਵੀ ਐਂਗਲ ਆ ਜਾਵੇ, ਜਿਵੇਂ ਤੁਹਾਨੂੰ ਆ ਜਾਵੇ ਕਿ 30 ਡਿਗਰੀ ਦਾ ਐਂਗਲ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਐਂਗਲ ਕਿਤੇ ਨਾ ਕਿਤੇ ਇਹਨਾਂ 2 ਲਾਈਨਸ ਦੇ ਵਿੱਚ ਕਿਤੇ ਇੱਥੇ ਬਣ ਰਿਹਾ ਹੋਏਗਾ। ਠੀਕ ਹੈ, 30 45 ਹੈ ਇੱਥੇ ਹੈ ਕਿਉਂਕਿ 45 90 ਦਾ ਹਾਫ ਹੈ। ਠੀਕ ਹੈ, ਕੁਝ ਵੀ 120 ਹੈ ਤਾਂ ਉਹ ਕਿਤੇ ਇੱਥੇ ਹੋਏਗਾ ਕਿਉਂਕਿ ਉਹ 90 + 30 ਹੋ ਗਿਆ। ਠੀਕ ਹੈ, 120 ਡਿਗਰੀ ਦਾ ਐਂਗਲ ਹੋਏਗਾ ਜਿਹੜਾ। ਇਹ ਐਂਗਲਸ ਹੈ। ਐਂਗਲ ਦਾ ਬੇਸਿਕ ਸੀਗਾ ਇਹ ਸਾਰਾ ਕਿ ਐਂਗਲਸ ਕੀ ਹੁੰਦੇ ਆ। ਨੈਕਸਟ ਆ ਗਿਆ ਕਿਹਦੇ ਵਿੱਚ ਥਿਊਰਮ ਯੂਜ਼ ਹੁੰਦੀ ਹੈ? ਪਾਈਥਾਗੋਰਸ ਥਿਊਰਮ। ਮੈਥੇਮੈਟਿਕਸ ਵਾਲੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਮੈਥੇਮੈਟਿਕਸ ਅੱਛੀ ਤਰ੍ਹਾਂ ਸਮਝ ਆਉਂਦਾ
ਉਹਨਾਂ ਨੂੰ ਬਿਲਕੁਲ ਪਤਾ ਹੋਣਾ, ਇਹ ਬਹੁਤ ਬੇਸਿਕ ਥਿਊਰਮ ਹੈ, ਠੀਕ ਹੈ, ਪਾਈਥਾਗੋਰਸ ਥਿਊਰਮ। ਇਹ ਥਿਊਰਮ ਹਮੇਸ਼ਾ ਰਾਈਟ ਐਂਗਲਡ ਟਰਾਇੰਗਲ ਤੇ ਲੱਗਦੀ ਹੈ, ਠੀਕ ਹੈ। ਕਿਹੜੇ ਟਰਾਇੰਗਲ ਤੇ? ਰਾਈਟ ਐਂਗਲਡ ਟਰਾਇੰਗਲ ਤੇ। ਹੁਣ ਰਾਈਟ ਐਂਗਲਡ ਟਰਾਇੰਗਲ ਕੀ ਹੁੰਦਾ ਹੈ? ਉਹ ਵਾਲਾ ਟਰਾਇੰਗਲ, ਠੀਕ ਹੈ, ਜਿਹਦਾ ਕੋਈ ਵੀ ਇੱਕ ਐਂਗਲ ਰਾਈਟ ਹੋਵੇ। ਰਾਈਟ ਦਾ ਮਤਲਬ 90 ਡਿਗਰੀ। ਹੁਣ ਇਹ ਵੀ ਇੱਕ ਪੁਆਇੰਟ ਇੱਥੇ ਨੋਟ ਕਰਨ ਵਾਲਾ ਹੈ ਕਿ 90 ਡਿਗਰੀ ਦੇ ਐਂਗਲ ਨੂੰ ਰਾਈਟ ਐਂਗਲ ਵੀ ਬੋਲ ਦਿੰਦੇ ਆ। ਹੁਣ ਉਹ ਕਿਵੇਂ ਦਾ ਹੋਏਗਾ ਟਰਾਇੰਗਲ? ਦੇਖੋ ਹੁਣ ਇੱਕ ਮੈਂ ਟਰਾਇੰਗਲ ਬਣਾਇਆ, ਇਹਦਾ ਇੱਕ ਜਿਹੜਾ ਆਹ ਵਾਲਾ ਐਂਗਲ ਹੈ ਇਹ 90 ਡਿਗਰੀ ਹੈ, ਠੀਕ ਹੈ। ਬਾਕੀ ਦੋਨੋਂ ਐਂਗਲ ਕੁਛ ਵੀ ਹੋਣ, ਠੀਕ ਹੈ, ਜੋ ਵੀ एक्स वाई, बट एक एंगल अगर 90 डिग्री है तो ये क्या बन गया? एक राइट एंगल ट्रायंगल बन गया। तो पाइथागोरस थ्योरम की पहली कंडीशन ये है कि जो ट्रायंगल तुसीं लाना है वो राइट एंगल ट्रायंगल होना चाहिए, ठीक है। हुण ये थ्योरम बोलदी क्या है? ये थ्योरम बोलदी है अगर आप एक राइट एंगल ट्रायंगल ले लिया तो जिहड़ा 90 डिग्री का एंगल बन रहा है, ठीक है, जिहड़ी आ स्ट्रेट अपवर्ड हुंदी है इहनूं आपां बोलदे हैं परपेंडिकुलर, ठीक है। जिहड़ा नीचे जिहदे ते ट्रायंगल टिकिया होया उहनूं बोलदे हैं बेस, ਤੇ ਆਹ ਵਾਲੀ ਜਿਹੜੀ ਲੌਂਗੈਸਟ ਸਾਈਡ ਹੈ ਟਰਾਇੰਗਲ ਇਹਨੂੰ ਬੋਲਦੇ ਆ ਹਾਈਪੋਟਨਿਊਜ਼। ਸੋ ਪਾਈਥਾਗੋਰਸ ਥਿਊਰਮ ਬੋਲਦੀ ਹੈ ਕਿ ਹਾਈਪੋਟਨਿਊਜ਼ ਦਾ ਸਕੁਆਇਰ ਇਜ਼ ਇਕੁਅਲ ਟੂ ਪਰਪੈਂਡੀਕੂਲਰ ਸਕੁਆਇਰ ਪਲੱਸ ਬੇਸ ਸਕੁਆਇਰ, ਠੀਕ ਹੈ। ਇਹਦੀ ਹੈਲਪ ਨਾਲ ਅਗਰ ਆਪਾਂ ਨੂੰ ਮੰਨ ਲਓ ਪਰਪੈਂਡੀਕੂਲਰ ਦਿੱਤਾ ਹੋਇਆ ਹੈ, ਠੀਕ ਹੈ, ਬੇਸ ਦਿੱਤਾ ਹੋਇਆ, ਤਾਂ ਆਪਾਂ ਹਾਈਪੋਟਨਿਊਜ਼ ਦੀ ਵੈਲਿਊ ਕੱਢ ਸਕਦੇ ਹਾਂ। ਜ਼ਿਆਦਾਤਰ ਹਮੇਸ਼ਾ ਹਾਈਪੋਟਨਿਊਜ਼ ਦੀ ਵੈਲਿਊ ਕੱਢਣੀ ਪੈਂਦੀ ਹੈ, ਬਟ ਅਗਰ ਇਹਦੇ ਵਿੱਚੋਂ ਕੋਈ ਵੀ 2 ਦਿੱਤੇ ਹੋਏ ਤਾਂ ਆਪਾਂ ਥਰਡ ਦੀ ਵੈਲਿਊ ਅਗਰ ਹਾਈਪੋਟਨਿਊਜ਼ ਔਰ ਬੇਸ ਦਿੱਤੀ ਹੋਈ ਹੈ ਤਾਂ ਵੀ ਆਪਾਂ ਪਰਪੈਂਡੀਕੂਲਰ ਦੀ ਕੱਢ ਸਕਦੇ ਹਾਂ, ਠੀਕ ਹੈ। ਇੱਧਰ ਜਾ ਕੇ ਨੇ ਮਾਈਨਸ ਹੋ ਜਾਣਾ ਤੇ ਸਾਡੇ ਕੋਲ ਪਰਪੈਂਡੀਕੂਲਰ ਦੀ ਵੈਲਿਊ ਆ ਜਾਏਗੀ, ਰੂਟ ਕੱਢ ਕੇ। ਸੋ ਇਹ ਸੀਗੀ ਪਾਈਥਾਗੋਰਸ ਥਿਊਰਮ, ਜੋ ਕਿ ਡਾਇਰੈਕਸ਼ਨਸ ਦਾ ਕੁਐਸਚਨ ਸੋਲਵ ਕਰਨ ਲਈ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ। ਇਹ ਥਿਊਰਮ ਅੱਛੀ ਤਰ੍ਹਾਂ ਬੇਸ ਇਹਦਾ ਕਲੀਅਰ ਹੋਣਾ ਚਾਹੀਦਾ ਵੀ ਇਹ ਕੀ ਹੈ, ਠੀਕ ਹੈ। ਇਹਦੇ ਨਾਲ ਦਾ ਵੀ ਮੈਂ ਹੁਣ ਇੱਕ ਕੁਐਸਚਨ ਕਰਾਉਂਗੀ ਕਿ ਆਪਾਂ ਕਿਵੇਂ ਇਹਨੂੰ ਪਾਈਥਾਗੋਰਸ ਥਿਊਰਮ ਨੂੰ ਯੂਜ਼ ਕਰਦੇ ਹਾਂ। ਤੇ ਬਾਕੀ ਇੱਕ ਡਾਇਰੈਕਸ਼ਨਸ 'ਚ ਬਹੁਤ ਬੇਸਿਕ ਜੀ ਗੱਲ ਹੈ, ਲੈਫਟ ਰਾਈਟ ਦੀ ਆਪਾਂ ਸਭ ਨੂੰ ਪਤਾ। ਅਗਰ ਕੋਈ ਪਰਸਨ ਖੜਾ ਹੈ ਨਾ ਤਾਂ ਉਹਦਾ ਲੈਫਟ ਕਿੱਧਰ ਹੋਏਗਾ ਤੇ ਉਹਦਾ ਰਾਈਟ ਕਿੱਧਰ ਹੋਏਗਾ। ਮੰਨ ਲਓ ਕੋਈ ਪਰਸਨ ਨਾਰਥ ਵੱਲ ਫੇਸ ਕਰਕੇ ਖੜਾ ਹੈ, ਇਹਦਾ ਕੀ ਮਤਲਬ ਹੈ ਕਿ ਉਹ ਕਿਵੇਂ ਖੜਾ ਹੈ, ਠੀਕ ਹੈ। ਨਾਰਥ ਵੱਲ ਫੇਸ ਕਰਕੇ ਖੜਾ ਨਾ, ਇਟ ਮੀਨਸ ਨਾਰਥ ਕਿਹੜੀ ਸਾਈਡ ਤੇ ਹੈ? ਨਾਰਥ ਆ ਹੋਏ ਉਧਰ ਫੇਸ ਕਰਕੇ ਖੜਾ ਤਾਂ ਉਹਦਾ ਲੈਫਟ ਰਾਈਟ ਦੇਖੋ। ਹੁਣ ਉਹਦਾ ਰਾਈਟ ਹੈਂਡ ਕਿੱਧਰ ਹੈ? ਅਗਰ ਉਧਰ ਵੱਲ ਉਹਦਾ ਮੂੰਹ ਹੈ, ਠੀਕ ਹੈ, ਨਾਰਥ ਵੱਲ, ਤਾਂ ਉਹਦਾ ਰਾਈਟ ਹੈਂਡ ਇੱਧਰ ਹੈ, ਠੀਕ ਹੈ। ਆ ਉਹਦਾ ਸੱਜਾ ਹੱਥ ਹੈ ਤੇ ਆ ਉਹਦਾ ਲੈਫਟ ਹੈਂਡ ਹੈ। ਅਗਰ ਉਹ ਇੱਧਰ ਵੱਲ ਫੇਸ ਕਰਕੇ ਖੜਾ ਹੈ ਤਾਂ ਇੱਧਰ ਉਹਦਾ ਸੱਜਾ ਹੱਥ ਹੈ ਤੇ ਇੱਧਰ ਖੱਬਾ ਹੈ, ਠੀਕ ਹੈ। ਇੱਧਰ ਵੱਲ ਫੇਸ ਕਰਕੇ ਖੜਾ ਹੈ, ਇੱਧਰ ਰਾਈਟ ਹੈ, ਇੱਧਰ ਲੈਫਟ ਹੈ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਲੈਫਟ ਰਾਈਟ ਵੀ ਕਲੀਅਰ ਹੋਣਾ ਚਾਹੀਦਾ ਹੈ। ਲੈਫਟ ਰਾਈਟ 'ਚ ਕਈ ਵਾਰੀ ਅਗਰ ਗਲਤੀ ਰਹਿ ਗਈ ਤਾਂ ਸਾਰਾ ਕੁਐਸਚਨ ਇਹਦੇ ਵਿੱਚ ਰੋਂਗ ਹੋ ਸਕਦਾ ਹੈ, ਅਗਰ ਲੈਫਟ ਰਾਈਟ ਦੀ ਮਿਸਟੇਕ ਬਾਈ ਚਾਂਸ ਹੋ ਜਾਂਦੀ ਹੈ, ਠੀਕ ਹੈ। ਕੁਐਸਚਨ ਨੰਬਰ 1 ਦੇਖਦੇ ਆਪਾਂ, ਠੀਕ ਹੈ, ਡਾਇਰੈਕਸ਼ਨਸ ਦਾ। ਤਾਂ ਇਹ ਕੁਐਸਚਨ ਕੀ ਹੈ? देखो पहला क्वेश्चन पढ़ते हैं चित्र। राम इज फेसिंग नॉर्थ वेस्ट, ठीक है। ही टर्न्स 90 डिग्री इन द क्लॉकवाइज डायरेक्शन एंड देन 135 डिग्री इन द एंटी क्लॉकवाइज डायरेक्शन। वट डायरेक्शन इज ही फेसिंग नाउ? तो राम देखो केड़ी डायरेक्शन वाल फेस करके खड़ा है। पहला आप डायरेक्शंस ड्रॉ करते हैं अपनियां, ठीक है। सो आ सीगियां डायरेक्शंस ईस्ट वैस्ट नॉर्थ साउथ। ਕਿਹੜੇ डायरेक्शन वाल फेस करा हुआ उन्हें? नॉर्थ वैस्ट। नॉर्थ वैस्ट डायरेक्शन अपनी किहड़ी होगी? आ वाली, ठीक है। मतलब उन्हें जिधर एरो बनाया इधर वाल उहदा फेस है। ही टर्न्स 90 डिग्री इन द क्लॉकवाइज। हुण क्लॉकवाइज डायरेक्शन में तुहानूं दस्सिया था कि इधर नूं चलेगी, ठीक है, जिधर नूं क्लॉक मूव करता है। अगर वो इस पॉइंट ते खड़ा, ठीक है, क्लॉकवाइज मूव कर रहा है और 90 डिग्री उन्हें चलिया है पूरा, तो इत्थों कितना आएगा वो? इत्थे तक, ठीक है, 90। हुण आ वाला एंगल अपना 90 है, ठीक है। 90 डिग्री वो क्लॉकवाइज डायरेक्शन मूव कर गया एंड देन 135 डिग्री इन द एंटी क्लॉकवाइज। इत्थे आने तो बाद उन्हें 135 एंटी क्लॉकवाइज। हुण एंटी क्लॉकवाइज मतलब ये क्लॉकवाइज है, एंटी क्लॉकवाइज मतलब इधर नूं, ठीक है। इत्थे इस पॉइंट तो हुण आपां ने 135 एंटी क्लॉकवाइज लेके जाना है। तो अगर 135 एंगल कितना हुंदा है? देखो 135 एंगल कितना हुंदा है? अगर आपां 90 च 45 प्लस करते हैं, ये साडे कोल बनता है 135 डिग्री। हुण 90 तो उन्हें पहला ही कवर करे हुए हैं, 45 होर मतलब वो इत्थे तक मूव कर गया। इस पॉइंट तो दोबारा आने तो वो इत्थे आ गया, मतलब वो प्रेजेंट पोजीशन है जिहड़ी राम दी इत्थे है, ठीक है। उसके बाद सानू क्वेश्चन की पूछा वट डायरेक्शन इज ही फेसिंग नाउ। हुण इस पॉइंट तो किहड़ी डायरेक्शन नूं फेस कर रहा है? इस वाल नूं फेस कर रहा है। इहदा आंसर की होएगा? वैस्ट। सो राम इज फेसिंग वैस्ट डायरेक्शन।
नेक्स्ट क्वेश्चन नंबर 2 करते हैं, ठीक है। क्वेश्चन नंबर 2 देखो, अ पर्सन वॉक्स 1 किलोमीटर टुवर्ड्स ईस्ट एंड देन टर्न्स टू साउथ एंड वॉक्स 5 किलोमीटर, अगेन ही टर्न्स टू ईस्ट एंड वॉक्स 2 किलोमीटर, आफ्टर दिस ही टर्न्स टू नॉर्थ एंड वॉक्स 9 किलोमीटर, हाउ फार इज ही फ्रॉम हिज स्टार्टिंग पॉइंट। सो इस क्वेश्चन में असी बेसिकली जेड़ा उन्हें डिस्टेंस जो भी मूव करे टर्नस लेके, ठीक है, नॉर्थ साउथ जो भी, ਉਹਦੇ स्टार्टिंग तो लेके एंडिंग पॉइंट तक जिन्ना डिस्टेंस है वो दसना है, ठीक है। सब पहले ਆਪਾਂ ਇਹਨੂੰ स्टार्ट करते हैं, उन्हें स्टार्ट कितों करिया, वॉक्स 1 किलोमीटर टुवर्ड्स ईस्ट, अगर आप लेना तो स्टार्टिंग पॉइंट ए है तो उन्हें 1 किलोमीटर ईस्ट वाल तुरिया, ठीक है। ईस्ट हूँ देखो डायरैक्शनस एक साइड छोटे ਜਿਹੇ डायरैक्शनस ड्रॉ कर ले करो ताकि कोई गलती ना हो जाए। आ ईस्ट है, ठीक है, दिस इज वेस्ट, नॉर्थ एंड साउथ, ठीक है। सो इस पॉइंट ते मूव करिया, आ वाला पॉइंट है, ईस्ट वाल गया, कितना गया 1 किलोमीटर, इनू लिख लो 1, ठीक है। 1 किलोमीटर इस पॉइंट तक आ गया, दैन टर्न्स टू साउथ, इस पॉइंट ते आके उन्हें इस पॉइंट ते आके साउथ वाल मुड़ गया। हुण साउथ देखो, इत्थों देखो भी किधर नूं है, इत्थों डायरैक्शन पता लग सकती, ठीक है। साउथ मतलब वो नीचे नूं आया, कितना मूव करया उन्हें, एंड वॉक्स 5 किलोमीटर, यानी कि साउथ चो 5 किलोमीटर आ गया। अगेन ही टर्न्स टू ईस्ट, इस पॉइंट ते पहुंचा, फिर अपनी ईस्ट वाल टर्न कर लिया, ईस्ट मतलब इधरली साइड, इन वॉक्स 2 किलोमीटर, ठीक है, 2 किलोमीटर मूव करा। देखो ये आ लाइनस की जी रेशो थोड़ी इधर गड़बड़ हो जाती, मतलब 5 घट लग रहा 2 ज़्यादा, बट यदा कोई चक्कर नहीं होता क्योंकि क्वेश्चनस तुसीं बस इन्हों ड्रॉ करनी, सिर्फ डायरैक्शन दसनी है, ठीक है। डिस्टेंस का थोड़ा घट वध कर लेना चाहिए वैसे, कि जिमें हुण 2 मैं थोड़ा ज़्यादा ले लिया तो 2 थोड़ा घट ही रखना चाहिए, ये एक पता लग जाता है ना कि किन्नी दी रेशो चल रही है। तो हुण 2 किलोमीटर आ गया वो। आफ्टर दिस इस पॉइंट ते आने तो बाद ही टर्न्स टू नॉर्थ, उन्हें अपने नॉर्थ वाल फेस कर लिया, एंड वॉक्स 9 किलोमीटर, नॉर्थ मीनस अपर साइड, ठीक है। तो इतों फिर वो कितना मूव करिया 9 किलोमीटर, मतलब आ पूरा उन्हें 9 किलोमीटर है, ठीक है, इस पॉइंट तक, इस पॉइंट तो स्टार्ट हो गए, ठीक है। हाउ फार इज फ्रॉम हिज स्टार्टिंग पॉइंट, अपने स्टार्टिंग पॉइंट तो किन्ने डिस्टेंस होंगे, स्टार्टिंग पॉइंट की है आ वाला है, ठीक है, तो एंडिंग पॉइंट आ, असी उसका डिस्टेंस दसना तो असी आ वाला डिस्टेंस दसना, ठीक है। ये नहीं है कि अगर तुसीं उहनूं इत्थे शुरू करा तो आप उसकी सारी जी जर्नी है इत्थों शुरू करिए भी, पहला इत्थे गया फिर इत्थे गया फिर इत्थे गया इत्थे गया, नो, आप उसका डिस्टेंस दसना, तो मतलब आप उसका शॉर्टेस्ट डिस्टेंस दसना है, तो शॉर्टेस्ट डिस्टेंस जो आ ही है, ठीक है। हुण इहदे विच लगनी जी पाइथागोरस थ्योरम तुहानूं दसी थी, ठीक है। इहदे राइट एंगल ट्रायंगल आपां किवें बनाऊंगे, पहला तो आप इसकी आ वाली कंप्लीट कर लें साइड, ठीक है। हुण इत्थों लेके इत्थे तक आ कितना सीगा 1 किलोमीटर, तो आ वाला डिस्टेंस कितना हो गया, क्योंकि नीचे देखो आ 2 है तो आ भी उपर कितना होएगा 2 ही होएगा, क्योंकि एक रैक्टेंगल बन रहा है जो रैक्टेंगल दी अपोजिट साइड्स इक्वल होंदियां, मतलब जिहड़ियां आमो सामने वाली साइडां होंदियां ने वो इक्वल होंदियां, तो आ अगर 2 है तो आ भी की होएगा 2। हुण आ 1 सीगी 2 सीगी, तो ये पूरी साइड कितनी होगी साडे कोल 3, आ वाली साइड कितनी होगी 3 होगी, ठीक है, 3 किलोमीटर की साइड होगी। नैक्सट आ जो हुण आ वाली साइड दिस वन, ये देखो आ नीचे कितना रह गया, पूरा 9 सीगा, 9 इत्थों ते लेके इत्थे तक 9 सीगा, तो आ वाला 5 इधरली साइड है, इधर 5 होगी, तो आ कितनी रहेगी 4, मतलब ये साइड साडे कोल आ वाली है जी, ठीक है। सानू इस ट्रायंगल की चाहिए है प्रॉपर, आ वाला ट्रायंगल बन रहा है, ठीक है, दिस वन, ठीक है। ये एक साइड होगी 3 तो एक होगी 4, हुण असी इहदी आ वाली साइड कड्ढनी है, ठीक है, क्योंकि ये हैगी साडे कोल हाइपोटेन्यूज, ने साडे कोल राइट एंगल ट्रायंगल बन गया, तो आप इहदे विच पाइथागोरस थ्योरम अप्लाई करूँगे। पाइथागोरस थ्योरम की मैं तुहानूं दस्सिया कि पहली कंडीशन ही साडे कोल राइट एंगल ट्रायंगल बनना चाहिए है, और पाइथागोरस थ्योरम क्या बोलती है कि हाइपोटेन्यूज द स्क्वायर इज इक्वल टू परपेंडिकुलर स्क्वायर प्लस बेस स्क्वायर, ठीक है। सो राइट एंगल ट्रायंगल जिहड़ा की बन गया, ये साडे कोल एक इदां दा ट्रायंगल बन गया, ठीक है, कुछ इदां दी फिगर सीगी, आ वाला साडे कोल ट्रायंगल बन गया सी, ठीक है। सो इहदी नीचली साइड साडे कोल कितनी आ गई 3, तो आ वाली साइड आ गई 4, आ वाली साइड करनी मैं तुहानूं दस्सिया कि पाइथागोरस थ्योरम लगानी है, तो ये कितनी आ जाएगी 3 दा स्क्वायर प्लस 4 दा स्क्वायर, सो दिस इक्वल टू 9 प्लस 16, बट इधरली साइड साडे कोल की हुंदा हाइपोटेन्यूज दा स्क्वायर, ठीक है, सॉरी हाइपोटेन्यूज द स्क्वायर। सो ये कितना आ गया 25, अगर असी इहदा स्क्वायर दूसरी साइड लेके जाऊँगी तो उन्हें रूट बन जाना, ठीक है। सो हाइपोटेन्यूज इज इक्वल टू अंडर रूट ऑफ 25, अंडर रूट 25 कितना होएगा
5। ਸੋ ਇਹ ਸਾਡੇ ਕੋਲ ਜਿਹੜਾ ਡਿਸਟੈਂਸ ਆ ਗਿਆ ਇਹ ਆ ਗਿਆ 5 ਕਿਲੋਮੀਟਰ। ਸੋ ਇਹਦਾ ਆਨਸਰ ਕੀ ਹੈ ਕਿ ਉਹਦਾ ਜਿਹੜਾ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਐਂਡਿੰਗ ਪੁਆਇੰਟ ਦਾ ਡਿਸਟੈਂਸ ਕਿੰਨਾ ਆ ਜਾਏਗਾ 5 ਕਿਲੋਮੀਟਰ। ਨੈਕਸਟ ਹੈਗਾ ਕੁਐਸਚਨ ਨੰਬਰ 3। ਠੀਕ ਹੈ, ਪਹਿਲਾ ਕੁਐਸਚਨ ਰੀਡ ਕਰਦੇ ਹਾਂ। ਅਨੂ ਸਟਾਰਟਡ ਵਾਕਿੰਗ ਪੋਜੀਸ਼ਨਿੰਗ ਹਿਜ਼ ਬੈਕ ਟੁਵਰਡ ਸਨ ਆਫਟਰ ਸਮ ਟਾਈਮ ਹੀ ਟਰਨਡ ਲੈਫਟ ਐਂਡ ਦੈਨ ਰਾਈਟ then towards left again, in which direction is he going now। ठीक है, तो इन्हें पहले अपन डायरेक्शंस ड्रॉ करनी पैनियां। ठीक है, देखो उन्हें स्टार्ट किया वॉकिंग पोजिशनिंग इज बैक टुवर्ड्स सन। अगर उसकी बैक सन वाल है, ठीक है, तो सन वाल बैक है, इट मीनस वह ईस्ट वाल फेस है। ठीक है, मतलब वह इस साइड में फेस है, तो उन्हें वॉक करी है। ठीक है, स्टार्टड वॉकिंग, तो असी मान लिया कि उन्हें वॉक करके वो इत्थे तक आ गया। आफ्टर सम टाइम ही टर्नड लैफ्ट, हुण वो लैफ्ट मूव करिया। हुण अगर वह फेस देखो इधरली साइड है ईस्ट वाल, ईस्ट वैस्ट, ठीक है, नॉर्थ साउथ, तो हुण वह लैफ्ट किधर होएगा। ऑब्वियसली अगर वो इधर नूं मूव कर रहा है तो आ वाला वह राइट हैंड होएगा, आ वाला वह लैफ्ट हैंड होएगा। ठीक है, लैफ्ट हैंड हो गया। हुण उन्हें इत्थों टर्न किया है लैफ्ट, इट मीनस वो इत्थे आ गया। दैन टर्नड राइट, हुण अगर वो इत्थे खड़ा है, हुण ओहदा लैफ्ट राइट, आ लैफ्ट आ राइट, राइट आया, हुण उन्हें राइट टर्न लई है। एंड दैन टुवर्ड्स लैफ्ट अगेन, इत्थों फिर लैफ्ट ले ली। हुण फिर आ राइट होएगा, आ लैफ्ट होएगा, इत्थों ने लई है लैफ्ट, मतलब इत्थे तक। ठीक है, इन विच डायरैक्शन इज ही गोइंग नाउ। हले भी वो मूवे कर रहे, तो कहते हुण वो किहड़ी डायरैक्शन जा रहा है। देखो आ वाली डायरैक्शन आ गई, किहड़ी डायरैक्शन है, ऑब्वियसली ये नॉर्थ डायरैक्शन है। ठीक है, सो ये नॉर्थ डायरैक्शन है, बट ये विच की है कि ਇਹਦਾ आंसर कला नॉर्थ नहीं हैगा। ये ऑप्शन से एक ऑप्शन है नॉर्थ और साउथ। और साउथ इसलिए क्योंकि सानू ये पहले ही लाइन क्या होया, स्टार्टेड वॉकिंग पोजिशनिंग इज बैक टुवर्ड्स सन, बट सानू दस्सिया कि टाइम कितना होया होया। ठीक है, ये तो मैं मॉर्निंग का टाइम लिया कि उन्हें ईस्ट वाल फेस किया है, सन वो पिछे है, इत्थे सन है। ठीक है, बट हो सकता है टाइम इदां दा होवे कि सन इधर होवे और वो बैक करके इधरली साइड में मूव कर जाए। ठीक है, सन इधरली साइड होवे। इस केस में यदि फिगर बिल्कुल अपोजिट बनेगी। ठीक है, हुण इस केस वाली जी फिगर है कि सन वो जो सन है वो ईस्ट वाल है और वह फेस वैस्ट वाल है। ये तुसीं खुद ड्रॉ करके देखियो, ये इदां दी फिगर बनेगी। ठीक है, क्योंकि अल्टरनेटिवली डायरैक्शंस रिपीट हो रही हैं और इस केस में डायरैक्शन की आ गई साउथ वाल आएगी। सो इसका आंसर की आ गया नॉर्थ, नॉर्थ और साउथ। ठीक है, सो ये सीगे अपने अज के क्वेश्चन। मैंने लगता सारे लैफ्ट राइट डायरैक्शंस, एंगल सेंस और पाइथागोरस थ्योरम ये सारे हो गए, बट फिर भी ये काफ़ी क्वेश्चन प्रैक्टिस करके तुहानूं देखने पैने ताकि तुसीं बिल्कुल 100% श्योर हो जाओ कि डायरैक्शन का क्वेश्चन तुसीं जिवें दा मर्जी आ जाए कोई भी नहीं छड्डोगे। ठीक है, और ये सन नूं लेके केस किद्दां हुंदा ये भी मैं तुहानूं दसदा कि सन का कई बार क्वेश्चन आ जाता है। सो डायरैक्शंस विच इन्ना ही। थैंक यू। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਅੱਗੇ ਤੋਂ ਤੁਹਾਡਾ ਡਾਇਰੈਕਸ਼ਨ ਵਿੱਚੋਂ ਰੀਜ਼ਨਿੰਗ ਦਾ ਕਦੇ ਵੀ ਕੁਐਸਚਨ ਜਿਹੜਾ ਉਹ ਗਲਤ ਨਹੀਂ ਹੋਵੇਗਾ। ਇਸ ਤੋਂ ਇਲਾਵਾ ਅਸੀਂ ਦੁਬਾਰਾ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਬਿਲਕੁਲ ਨਵੀਂ ਸ਼ੁਰੂਆਤ ਕਰ ਰਹੇ ਹੋ, ਬਿਲਕੁਲ ਪਹਿਲੀ ਵਾਰ ਪੇਪਰ ਦੇਣਾ ਹੈ, ਬੇਸਿਕ ਤੋਂ ਸਿੱਖਣਾ ਚਾਹੁੰਦੇ ਹੋ ਮੈਥ ਅਤੇ ਰੀਜ਼ਨਿੰਗ, ਕਿਉਂਕਿ ਹਰੇਕ ਪੇਪਰ ਵਿੱਚ 40 ਨੰਬਰ ਜਿਹੜੇ ਆਉਣੇ ਹੀ ਆਉਣੇ ਆ ਪੰਜਾਬ ਦੇ ਪੇਪਰਾਂ ਵਿੱਚ, ਇਹਨਾਂ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਨਹੀਂ। ਜੇਕਰ ਤੁਸੀਂ ਮੈਥ ਰੀਜ਼ਨਿੰਗ ਚੰਗੀ ਤਰ੍ਹਾਂ ਨਹੀਂ ਕਰੋਗੇ ਤਾਂ ਤੁਸੀਂ ਕਦੇ ਵੀ ਐਗਜ਼ਾਮ ਜਿਹੜਾ ਉਹ ਕਲੀਅਰ ਨਹੀਂ ਕਰ ਪਾਓਗੇ। ਠੀਕ ਹੈ, ਇਸ ਕਰਕੇ ਅਸੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਕਿ ਜੇਕਰ ਤੁਸੀਂ ਮੈਥ ਅਤੇ ਰੀਜ਼ਨਿੰਗ ਚੰਗੀ ਤਰ੍ਹਾਂ ਬੇਸਿਕ ਤੋਂ ਸਿੱਖਣਾ ਚਾਹੁੰਦੇ ਹੋ, ਅਸੀਂ ਤੁਹਾਡੇ ਲਈ ਬਿਲਕੁਲ ਬਹੁਤ ਹੀ ਘੱਟ ਕੀਮਤ ਵਿੱਚ 499 ਰੁਪਏ ਵਿੱਚ ਦੋਹਾਂ ਦਾ ਜਿਹੜਾ ਕੋਰਸ ਜਿਹੜਾ ਅਪਲਾਈ ਆਪਣੀ ਐਪ ਉੱਤੇ ਜਿਹੜਾ ਤੁਹਾਨੂੰ ਅਵੇਲੇਬਲ ਕਰਵਾ ਰਹੇ ਹਾਂ। ਇਸ ਵਿੱਚ ਤੁਹਾਨੂੰ ਕੀ ਮਿਲੇਗਾ, ਲਾਈਵ ਕਲਾਸਿਸ ਹੋਣਗੀਆਂ, ਸੈਕਸ਼ਨਲ ਟੈਸਟ ਹੋਣਗੇ, ਤੁਹਾਡੇ ਵੀਡੀਓ ਲੈਕਚਰਸ ਹੋਣਗੇ। ਇਸ ਤੋਂ ਇਲਾਵਾ ਤੁਹਾਨੂੰ ਐਪ ਉੱਤੇ ਹੀ ਗਰੁੱਪਸ ਵਿੱਚ ਐਡ ਕੀਤਾ ਜਾਵੇਗਾ, ਜਿੱਥੇ ਤੁਸੀਂ ਆਪਣੀ ਕੋਈ ਵੀ ਕੁਐਰੀ ਹੈ, ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਵੀ ਕੁਐਸਚਨ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ, ਉਹ ਤੁਹਾਡਾ ਦੂਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਈਵ ਕਲਾਸਿਸ ਵੀ ਹੋਣਗੀਆਂ, ਸਮੇਂ-ਸਮੇਂ ਤੁਹਾਡਾ ਟੈਸਟ ਵੀ ਲਿਆ ਜਾਵੇਗਾ। ਪ੍ਰੋਪਰ ਤੁਹਾਨੂੰ ਇਹਨੇ ਚੰਗੀ ਤਰ੍ਹਾਂ ਟ੍ਰੇਨ ਕਰ ਦਿੱਤਾ ਜਾਵੇਗਾ ਮੈਥ ਅਤੇ ਰੀਜ਼ਨਿੰਗ ਦਾ ਕਿ ਤੁਸੀਂ ਕਿਸੇ ਵੀ ਐਗਜ਼ਾਮ ਵਿੱਚ ਆਉਣ ਵਾਲੇ 40 ਨੰਬਰਾਂ ਵਿੱਚੋਂ 35+ ਜਿਹੜੇ ਕੁਐਸਚਨ ਹੈ ਬਿਲਕੁਲ ਕਰੈਕਟ ਕਰਕੇ 35+ ਨੰਬਰ ਜਿਹੜੇ ਚੰਗੀ ਤਰ੍ਹਾਂ ਮੈਥ ਅਤੇ ਰੀਜ਼ਨਿੰਗ ਵਿੱਚ ਲੈ ਪਾਓਗੇ। ਇਸ ਕਰਕੇ ਸਾਰੇ ਜਣੇ ਪਹਿਲਾਂ ਹੁਣੇ ਹੀ ਐਪ ਡਾਊਨਲੋਡ ਕਰ ਲਵੋ, ਉੱਥੇ ਤੁਹਾਨੂੰ ਹੋਰ ਵੀ ਜਿਹੜੇ ਮੋਕ ਟੈਸਟ ਇੱਦਾਂ ਦੇ ਮਿਲ ਜਾਣਗੇ ਅਤੇ ਇਸ ਤੋਂ ਇਲਾਵਾ ਡੈਮੋ ਕਲਾਸਿਸ ਵੀ ਮਿਲ ਜਾਣਗੀਆਂ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਫ੍ਰੀ ਵਿੱਚ ਸਾਰੀ ਜਿੰਨੀਆਂ ਵੀ ਨਵੀਆਂ ਭਰਤੀਆਂ ਆ ਰਹੀਆਂ ਪੰਜਾਬ ਦੀਆਂ ਉਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਨਾਲ ਦੀ ਨਾਲ ਮਿਲਣਗੇ। ਇਸ ਤੋਂ ਇਲਾਵਾ ਜੀਕੇ ਪੰਜਾਬ ਜੀਕੇ ਦੇ ਅਸੀਂ ਜੋ ਫ੍ਰੀ ਵਿੱਚ ਜੀਕੇ ਦਾ ਜਿਹੜਾ YouTube ਉੱਤੇ ਕੋਰਸ ਸ਼ੁਰੂ ਕੀਤਾ ਹੋਇਆ ਹੈ, ਉਸ ਦੀਆਂ ਜਿਹੜੀਆਂ PDFs ਹੈ ਉਹ ਵੀ ਤੁਹਾਨੂੰ ਸਾਡੀ ਐਪ ਉੱਤੇ ਹੀ ਮਿਲਣਗੀਆਂ। ਇਸ ਕਰਕੇ ਸਾਰੇ ਜਣੇ ਜਾ ਕੇ ਸਭ ਤੋਂ ਪਹਿਲਾਂ ਐਪ ਨੂੰ ਡਾਊਨਲੋਡ ਕਰੋ। ਹੁਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਇਸੇ ਤਰ੍ਹਾਂ ਹੀ ਤੁਹਾਨੂੰ ਤਿਆਰੀ ਕਰਵਾਉਂਦੇ ਰਹਾਂਗੇ। ਧੰਨਵਾਦ।